ਸਵਾਗਤ ਹੈ ਤੁਹਾਡਾ ਸਭ ਦਾ ਮੇਰੇ YouTube ਚੈਨਲ ਰਾਵੀ ਐਜੂਕੇਸ਼ਨ ਦੇ ਉੱਪਰ। ਤੇ ਅਸੀਂ ਕਰ ਰਹੇ ਸੀ ਅਲਾਉਦੀਨ ਖਲਜੀ ਦੇ ਵਿੱਚੋਂ ਅਸੀਂ ਅਲਾਉਦੀਨ ਖਲਜੀ ਕਰ ਰਹੇ ਸੀ। ਉਹਦੇ ਪਹਿਲੇ 2 ਪਾਰਟ ਅਸੀਂ ਕੰਪਲੀਟ ਕਰ ਚੁੱਕੇ ਹਾਂ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ 3rd ਭਾਗ ਕੰਪਲੀਟ ਕਰਾਂਗੇ। ਅਲਾਉਦੀਨ ਖਲਜੀ ਦਾ ਜਿਹੜਾ ਸ਼ਾਸਨ ਪ੍ਰਬੰਧ ਸੀ ਉਹ ਕਿਸ ਤਰ੍ਹਾਂ ਦਾ ਸੀ। ਜਿਹੜਾ ਅਲਾਉਦੀਨ ਖਲਜੀ ਸੀਗਾ ਉਹ ਇੱਕ ਮਹਾਨ ਯੋਧਾ ਵੀ ਸੀ, ਜੇਤੂ ਵੀ ਸੀ ਤੇ ਨਾਲ ਹੀ ਇੱਕ ਯੋਗ ਪ੍ਰਬੰਧਕ ਵੀ ਸੀ। ਰਾਜ ਦਾ ਪ੍ਰਬੰਧ ਕਰਨ ਦੇ ਵਿੱਚ ਉਹ ਸਾਰੇ ਪਿਛਲੇ ਜਿੰਨੇ ਵੀ ਸੁਲਤਾਨ ਸੀ ਸਾਰਿਆਂ ਤੋਂ ਉਹ ਅੱਗੇ ਸੀ। ਉਹਦਾ ਜਿਹੜਾ ਕੇਂਦਰੀ ਰਾਜ ਪ੍ਰਬੰਧ ਸੀ ਉਹਦੇ ਵਿੱਚ ਸਭ ਤੋਂ ਅਹਿਮ ਅਹੁਦਾ ਸੀ ਜਿਹੜਾ ਉਹ ਸੁਲਤਾਨ ਦਾ ਸੀ। ਉਹ ਰਾਜ ਦਾ ਮੁਖੀ ਵੀ ਆਪ ਹੁੰਦਾ ਸੀ। ਉਹਦੇ ਕੋਲ ਬਹੁਤ ਜ਼ਿਆਦਾ ਸ਼ਕਤੀਆਂ ਸੀ ਤੇ ਅਧਿਕਾਰ ਸੀ। ਆਪ ਹੀ ਉਹ ਕਾਨੂੰਨ ਬਣਾਉਂਦਾ ਸੀ ਤੇ ਕਾਨੂੰਨਾਂ ਨੂੰ ਲਾਗੂ ਵੀ ਕਰਦਾ ਸੀ। ਜਿਹੜਾ ਵੀ ਕੋਈ ਕਾਨੂੰਨ ਭੰਗ ਕਰਦਾ ਸੀ ਉਹਨੂੰ ਸਜ਼ਾ ਦਿੰਦਾ ਸੀ। ਉਹ ਆਪ ਸਾਰੇ ਮੰਤਰੀ ਸੀ ਤੇ ਜਿਹੜੇ ਅਧਿਕਾਰੀ ਸੀ ਉਹ ਪੂਰਨ ਰੂਪ ਦੇ ਵਿੱਚ ਉਹਦੇ ਅਧੀਨ ਕੰਮ ਕਰਦੇ ਸੀ। ਉਹ ਸੈਨਾ ਦਾ ਸਭ ਤੋਂ ਵੱਡਾ ਸੈਨਾਪਤੀ ਵੀ ਆਪ ਸੀ। ਤੇ ਉਹਨੇ ਇੱਕ ਕੰਮ ਹੋਰ ਕੀਤਾ ਸੀ। 13ਵੀਂ ਸਦੀ ਦੇ ਵਿੱਚ ਜਿਹੜੇ ਸੁਲਤਾਨ ਸੀ ਪਹਿਲਾਂ ਵਾਲੇ, ਉਹਨਾਂ ਦੇ ਉੱਤੇ ਸ਼ਕਤੀਸ਼ਾਲੀ ਜਿਹੜੇ ਸਰਦਾਰ ਸੀ ਜਾਂ ਮੁਸਲਿਮ ਧਾਰਮਿਕ ਵਰਗ ਸੀ ਉਹਨਾਂ ਨੇ ਕਾਫੀ ਜ਼ਿਆਦਾ ਪ੍ਰਭਾਵ ਪਾਇਆ ਹੋਇਆ ਸੀ। ਪਰ ਜਿਹੜਾ ਅਲਾਉਦੀਨ ਖਲਜੀ ਸੀ ਉਹ ਇਸ ਪ੍ਰਭਾਵ ਤੋਂ ਮੁਕਤ ਸੀਗਾ ਤੇ ਉਹਨੇ ਸਰਦਾਰਾਂ ਦੀ ਸ਼ਕਤੀ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਸੀ ਕਿ ਉਹਦੇ ਸਾਹਮਣੇ ਉਹ ਬੋਲਣ ਦਾ ਵੀ ਸਾਹਸ ਨਹੀਂ ਰੱਖਦੇ ਸੀ। ਤੇ ਨਾਲ ਹੀ ਉਹਨੇ ਇਹ ਐਲਾਨ ਕਰਤਾ ਸੀ ਕਿ ਰਾਜ ਪ੍ਰਬੰਧ ਦੇ ਮਾਮਲਿਆਂ ਦੇ ਵਿੱਚ ਧਾਰਮਿਕ ਵਰਗ ਦਾ ਕੋਈ ਵੀ ਦਖਲ ਨਹੀਂ ਹੋਊਗਾ। ਉਸ ਤੋਂ ਬਾਅਦ ਉਹਦੇ ਅਗਲੇ ਮੰਤਰੀ ਤੇ ਅਹੁਦੇ ਦੇ ਅਧਿਕਾਰੀ ਸੀ ਜਿਹੜੇ ਉਹ ਰਾਜ ਪ੍ਰਬੰਧ ਚਲਾਉਂਦੇ ਸੀ। ਰਾਜ ਪ੍ਰਬੰਧ ਦੇ ਵਿੱਚ ਸੁਲਤਾਨ ਦੀ ਸਹਾਇਤਾ ਕਰਨ ਦੇ ਵਾਸਤੇ ਕਈ ਮੰਤਰੀ ਤੇ ਅਧਿਕਾਰੀ ਰੱਖੇ ਹੁੰਦੇ ਸੀ ਜਿਹੜੇ ਵੱਖ-ਵੱਖ ਵਿਭਾਗਾਂ ਦਾ ਪ੍ਰਬੰਧ ਕਰਦੇ ਸੀ। ਉਹ ਕਿਹੜੇ-ਕਿਹੜੇ ਸੀਗੇ? ਸਭ ਤੋਂ ਪਹਿਲੇ ਆ ਦੀਵਾਨ-ਏ-ਵਜ਼ਾਰਤ। ਇਹ ਜਿਹੜਾ ਸਭ ਤੋਂ ਮਹੱਤਵਪੂਰਨ ਵਿਭਾਗ ਹੁੰਦਾ ਸੀ। ਇਹਦੇ ਮੁਖੀ ਨੂੰ ਵਜ਼ੀਰ ਕਿਹਾ ਜਾਂਦਾ ਸੀ ਜਿਹੜਾ ਪ੍ਰਧਾਨ ਮੰਤਰੀ ਦੇ ਬਰਾਬਰ ਹੁੰਦਾ ਸੀ। ਉਹ ਸਿਵਲ ਅਧਿਕਾਰੀ ਵੀ ਹੁੰਦਾ ਸੀ ਤੇ ਸੈਨਿਕ ਅਧਿਕਾਰੀ ਵੀ ਹੁੰਦਾ ਸੀ। ਸਿਵਲ ਅਧਿਕਾਰੀ ਦੇ ਵਜੋਂ ਉਹ ਵਿੱਤ ਸੰਬੰਧੀ ਜਿੰਨੇ ਵੀ ਕਾਰਜ ਹੁੰਦੇ ਸੀ ਸਾਰੇ ਕਰਦਾ ਸੀ ਤੇ ਸੁਲਤਾਨ ਨੂੰ ਪ੍ਰਸ਼ਾਸਨ ਦੇ ਸੰਬੰਧੀ ਮਾਮਲਿਆਂ ਦੇ ਵਿੱਚ ਸਲਾਹ ਵੀ ਦਿੰਦਾ ਸੀ ਤੇ ਪ੍ਰਾਂਤਾਂ ਦੇ ਸ਼ਾਸਨ ਪ੍ਰਬੰਧ ਦੀ ਦੇਖਭਾਲ ਵੀ ਕਰਦਾ ਸੀ। ਸੈਨਿਕ ਅਧਿਕਾਰੀ ਦੇ ਵਜੋਂ ਉਹ ਸ਼ਾਹੀ ਸੈਨਾ ਦਾ ਸੈਨਾਪਤੀ ਹੁੰਦਾ ਸੀ ਤੇ ਸੁਲਤਾਨ ਦੇ ਆਦੇਸ਼ ਅਨੁਸਾਰ ਮੁਹਿੰਮਾਂ ਦਾ ਸੰਚਾਲਨ ਵੀ ਕਰਦਾ ਸੀ। ਅਲਾਉਦੀਨ ਦੇ ਸ਼ਾਸਨ ਕਾਲ ਦੇ ਪਹਿਲੇ ਸਾਲਾਂ ਦੇ ਵਿੱਚ ਜਿਹੜਾ ਖਵਾਜਾ ਖਾਤਰ ਸੀ ਉਸ ਦਾ ਵਜ਼ੀਰ ਰਿਹਾ ਸੀ ਤੇ ਬਾਅਦ ਦੇ ਵਿੱਚ ਨੁਸਰਤ ਖਾਨ ਨੂੰ ਇਸ ਦੇ ਉੱਚੇ ਅਹੁਦੇ 'ਤੇ ਲਾ ਦਿੱਤਾ ਗਿਆ ਸੀ। ਉਸ ਤੋਂ ਨੈਕਸਟ ਹੈ ਦੀਵਾਨ-ਏ-ਆਰਿਜ਼। ਇਹ ਸੈਨਾ ਦਾ ਵਿਭਾਗ ਸੀਗਾ ਜਿਹਦੇ ਮੁਖੀ ਨੂੰ ਆਰਿਜ਼-ਏ-ਮੁਮਾਲਿਕ ਕਿਹਾ ਜਾਂਦਾ ਸੀ। ਉਹਦੇ ਮੁੱਖ ਕੰਮ ਸੀ ਸੈਨਿਕਾਂ ਨੂੰ ਭਰਤੀ ਕਰਨਾ, ਉਹਨਾਂ ਦੇ ਘੋੜਿਆਂ ਦੇ ਹੁਲੀਏ ਦਾ ਰਿਕਾਰਡ ਰੱਖਣਾ, ਹਥਿਆਰ ਤਿਆਰ ਕਰਾਉਣੇ, ਸੈਨਿਕਾਂ ਨੂੰ ਤਨਖਾਹਾਂ ਦੇਣੀਆਂ ਤੇ ਉਹਨਾਂ ਦਾ ਸਮੇਂ-ਸਮੇਂ 'ਤੇ ਨਿਰੀਖਣ ਕਰਨਾ। ਸੁਲਤਾਨ ਦੇ ਹੁਕਮ ਦੇ ਅਨੁਸਾਰ ਮੁਹਿੰਮਾਂ ਲਈ ਸੈਨਾਵਾਂ ਤਿਆਰ ਕਰਨੀਆਂ ਵੀ ਇਹਦਾ ਕੰਮ ਹੁੰਦਾ ਸੀ, ਦੀਵਾਨ-ਏ-ਆਰਿਜ਼ ਦਾ ਜਾਂ ਆਰਿਜ਼-ਏ-ਮੁਮਾਲਿਕ ਦਾ। ਉਸ ਤੋਂ ਨੈਕਸਟ ਸੀ ਦੀਵਾਨ-ਏ-ਇਨਸ਼ਾ। ਇਹ ਸ਼ਾਹੀ ਪੱਤਰ ਵਿਹਾਰ ਦਾ ਵਿਭਾਗ ਸੀਗਾ ਤੇ ਇਸ ਵਿਭਾਗ ਦਾ ਜਿਹੜਾ ਮੰਤਰੀ ਸੀ ਉਹ ਜਿਹੜਾ ਰਾਜਾ ਸੀ ਉਹਦੇ ਫਰਮਾਨ ਤੇ ਪੱਤਰ ਤਿਆਰ ਕਰਦਾ ਸੀ ਤੇ ਸ਼ਾਹੀ ਫਰਮਾਨਾਂ ਨੂੰ ਉਹ ਸਥਾਨਕ ਅਧਿਕਾਰੀਆਂ ਤੱਕ ਪਹੁੰਚਾਉਂਦਾ ਵੀ ਸੀ। ਇਹ ਸਾਰਾ ਕੁਝ ਉਸੇ ਦੀ ਜ਼ਿੰਮੇਵਾਰੀ ਹੁੰਦੀ ਸੀ। ਉਸ ਤੋਂ ਨੈਕਸਟ ਹੈ ਦੀਵਾਨ-ਏ-ਰਸਾਲਤ। ਇਹ ਸੀ ਜਿਹੜਾ ਇਹ ਵਿਦੇਸ਼ੀ ਕਾਰਜਾਂ ਦਾ ਮੰਤਰਾਲਾ ਹੁੰਦਾ ਸੀ ਤੇ ਇਸ ਵਿਭਾਗ ਦੇ ਮੰਤਰੀ ਸੀ ਜਿਹੜੇ ਮੁੱਖ ਕੰਮ ਸੀ ਉਹ ਦੂਜੇ ਰਾਜਾਂ ਵਿੱਚ ਰਾਜਦੂਤ ਭੇਜਣੇ ਤੇ ਉਹਨਾਂ ਦੇ ਰਾਜਦੂਤ ਸਵੀਕਾਰ ਕਰਨੇ, ਵਿਦੇਸ਼ੀ ਰਾਜਾਂ ਨਾਲ ਪੱਤਰ ਵਿਹਾਰ ਕਰਨੇ। ਇਸ ਮੰਤਰਾਲੇ ਦਾ ਕੰਮ ਹੁੰਦਾ ਸੀ। ਉਸ ਤੋਂ ਨੈਕਸਟ ਹੈ ਬਖਸ਼ੀ-ਏ-ਫੌਜ। ਇਹ ਸੀ ਜਿਹੜਾ ਮੰਤਰਾਲਾ ਉਹ ਸੈਨਿਕਾਂ ਨੂੰ ਤਨਖਾਹ ਦੇਣ ਦਾ ਅਧਿਕਾਰੀ ਸੀ। ਇਹ ਤਨਖਾਹ ਦੇਣ ਦਾ ਪਦ ਅਧਿਕਾਰੀ ਬਖਸ਼ੀ-ਏ-ਫੌਜ ਕਿਹਾ ਜਾਂਦਾ ਸੀ ਉਹਨੂੰ। ਉਸ ਤੋਂ ਨੈਕਸਟ ਹੈ ਦੀਵਾਨ-ਏ-ਅਸ਼ਰਫ। ਇਹ ਜਿਹੜਾ ਸੀਗਾ ਸਾਮਰਾਜ ਦੀ ਆਮਦ ਤੇ ਖਰਚ ਦਾ ਜਿਹੜਾ ਹਿਸਾਬ ਕਿਤਾਬ ਰੱਖਣ ਵਾਲਾ ਮਹਿਕਮਾ ਸੀ ਜਿਹਦਾ ਸਭ ਤੋਂ ਉੱਚ ਅਧਿਕਾਰੀ ਸੀ ਜਿਹੜਾ ਉਹਨੂੰ ਅਕਾਊਂਟੈਂਟ ਜਨਰਲ ਮਹਾਲੇਖਾਕਾਰ ਕਿਹਾ ਜਾਂਦਾ ਸੀ। ਉਸ ਤੋਂ ਨੈਕਸਟ ਹੈ ਦੀਵਾਨ-ਏ-ਕੋਹੀ। ਇਹ ਖੇਤੀਬਾੜੀ ਦਾ ਵਿਭਾਗ ਸੀ। ਮਲਿਕ ਹਮੀਮੂਦੀਨ ਸੀ ਇਸ ਵਿਭਾਗ ਦਾ ਮੁੱਖ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਉਸ ਤੋਂ ਨੈਕਸਟ ਹੈ ਦੀਵਾਨ-ਏ-ਰਿਆਸਤ। ਇਹ ਵਪਾਰ ਨਾਲ ਸੰਬੰਧਿਤ ਵਿਭਾਗ ਸੀ ਜਿਹਦਾ ਮੁੱਖ ਅਧਿਕਾਰੀ ਸੀ ਜਿਹੜਾ ਵਪਾਰ ਤੇ ਵਪਾਰੀਆਂ ਦੀ ਦੇਖਭਾਲ ਕਰਦਾ ਸੀ ਤੇ ਵਪਾਰ ਦੇ ਵਿਕਾਸ ਲਈ ਉਹ ਕਾਰਜ ਵੀ ਕਰਦਾ ਸੀ। ਉਸ ਤੋਂ ਅੱਗੇ ਸ਼ਾਹਨਾ-ਏ-ਮੰਡੀ। ਉਹ ਅਨਾਜ ਦੀ ਮੰਡੀ ਦਾ ਮੁੱਖ ਅਧਿਕਾਰੀ ਹੁੰਦਾ ਸੀ। ਤਾਂ ਇਹ ਤਾਂ ਸੀਗੇ
ਕੇਂਦਰੀ ਰਾਜ ਪ੍ਰਬੰਧ ਦੇ ਵਿੱਚ ਜਿਹੜੇ ਵਿਭਾਗ ਬਣਾਏ ਹੋਏ ਸੀਗੇ ਉਹਨਾਂ ਦਾ ਪ੍ਰਬੰਧ ਦੇਖਣ ਵਾਲੇ ਅਧਿਕਾਰੀ। ਉਸ ਤੋਂ ਨੈਕਸਟ ਹੈ ਪ੍ਰਾਂਤਕ ਅਤੇ ਸਥਾਨਕ ਰਾਜ ਪ੍ਰਬੰਧ। ਉਹਨੇ ਕਿਸ ਤਰ੍ਹਾਂ ਚਲਾਇਆ ਹੋਇਆ ਸੀ? ਜਿਹੜਾ ਪ੍ਰਾਂਤਾਂ ਦਾ ਪ੍ਰਬੰਧ ਸੀ, ਉਹਦੇ ਸਾਮਰਾਜ ਦੇ ਵਿੱਚ ਕੁੱਲ 11 ਪ੍ਰਾਂਤ ਸੀ, ਜਿਹਦੇ ਵਿੱਚ ਗੁਜਰਾਤ, ਮੁਲਤਾਨ, ਸਿਵਿਸਤਾਨ, ਦੀਪਾਲਪੁਰ, ਸਮਾਣਾ ਅਤੇ ਸੁਨਾਮ, ਧਾਰ ਅਤੇ ਉਜੈਨ, ਝੈਨ, ਚਿਤੌੜ, ਚੰਦੇਰੀ, ਬਦੌਣ, ਅਵਧ ਅਤੇ ਕੜਾ ਦੇ ਇਲਾਕੇ ਸ਼ਾਮਿਲ ਸੀ। ਜਿਹੜਾ ਪ੍ਰਾਂਤਾਂ ਦਾ ਪ੍ਰਬੰਧ ਸੀ ਉਹ ਕੇਂਦਰੀ ਪ੍ਰਬੰਧ ਵਰਗਾ ਹੀ ਸੀ। ਹਰੇਕ ਪ੍ਰਾਂਤ ਦਾ ਮੁਖੀ ਸੀ ਜਿਹੜਾ ਇੱਕ ਸੂਬੇਦਾਰ ਹੁੰਦਾ ਸੀ, ਜਿਹੜਾ ਕਿ ਪ੍ਰਾਂਤ ਦੇ ਵਿੱਚ ਇੱਕ ਛੋਟੇ ਜਿਹੇ ਰਾਜੇ ਦੇ ਵਾਂਗੂ ਕੰਮ ਕਰਦਾ ਸੀ ਅਤੇ ਆਪਣੇ ਪ੍ਰਾਂਤ ਦੇ ਵਿੱਚ ਹੀ ਉਹ ਸ਼ਾਂਤੀ ਅਤੇ ਵਿਵਸਥਾ ਸਥਾਪਿਤ ਰੱਖਦਾ ਸੀ। ਇੱਕ ਸੈਨਿਕ ਟੁਕੜੀ ਤਿਆਰ ਰੱਖਦਾ ਸੀ, ਉਹ ਮੁਕੱਦਮਿਆਂ ਦਾ ਫੈਸਲਾ ਕਰਦਾ ਸੀ, ਭੂਮੀ ਦਾ ਟੈਕਸ ਇਕੱਠਾ ਕਰਦਾ ਸੀ। ਇਹੋ ਜਿਹੇ ਕੰਮ ਸੀ ਜਿਹੜੇ ਉਹ ਸੂਬੇਦਾਰ ਕਰਦਾ ਸੀ। ਜਿਹੜੇ ਪ੍ਰਮੁੱਖ ਸੂਬੇਦਾਰ ਸੀਗੇ ਅਲਾਊਦੀਨ ਖਲਜੀ ਦੇ, ਉਹ ਸੀਗੇ ਅਲਪ ਖਾਂ, ਮਲਿਕ ਕਫੂਰ, ਗਾਜ਼ੀ ਤੁਗਲਕ ਅਤੇ ਆਇਨ ਉਲ ਮੁਲਕ। ਅਤੇ ਉਸ ਤੋਂ ਨੀਚੇ ਹੈ ਪਰਗਨਿਆਂ ਅਤੇ ਪਿੰਡਾਂ ਦਾ ਪ੍ਰਬੰਧ। ਹਰੇਕ ਪ੍ਰਾਂਤ ਨੂੰ ਅੱਗੇ ਕਈ ਪਰਗਨਿਆਂ ਦੇ ਵਿੱਚ ਵੰਡਿਆ ਗਿਆ ਸੀ। ਪਰਗਨੇ ਦਾ ਮੁਖੀ ਸੀ ਜਿਹੜਾ, ਉਹਨੂੰ ਆਮਿਲ ਕਿਹਾ ਜਾਂਦਾ ਸੀ। ਉਹਦੀ ਨਿਯੁਕਤੀ ਸੀ ਜਿਹੜੀ ਉਹ ਵਜ਼ੀਰ ਕਰਦਾ ਸੀ ਅਤੇ ਉਹਦਾ ਕੰਮ ਹੁੰਦਾ ਸੀ ਭੂਮੀ ਦਾ ਟੈਕਸ ਇਕੱਠਾ ਕਰਨਾ। ਪਿੰਡ ਦੇ ਸ਼ਾਸਨ ਦੀ ਸਭ ਤੋਂ ਜਿਹੜੀ ਛੋਟੀ ਇਕਾਈ ਸੀ, ਉਹਦਾ ਪ੍ਰਬੰਧ ਸੀ ਜਿਹੜਾ ਉਹ ਲੰਬਰਦਾਰ ਕਰਦਾ ਸੀ। ਪਟਵਾਰੀ ਅਤੇ ਪੰਚਾਇਤ ਦੁਆਰਾ ਕੀਤਾ ਜਾਂਦਾ ਸੀ। ਉਸ ਤੋਂ ਅੱਗੇ ਅਲਾਊਦੀਨ ਖਿਲਜੀ ਦਾ ਜਿਹੜਾ ਵਿੱਤੀ ਪ੍ਰਬੰਧ ਸੀ ਉਹ ਕਿਸ ਤਰ੍ਹਾਂ ਦਾ ਸੀ? ਭੂਮੀ ਟੈਕਸ ਪ੍ਰਣਾਲੀ ਸੀ ਜਿਹੜੀ। ਭਾਰਤ ਦਾ ਉਹ ਪਹਿਲਾ ਮੁਸਲਮਾਨ ਹਾਕਮ ਸੀ ਜਿਹਨੇ ਮਾਲ ਅਤੇ ਵਿੱਤੀ ਮਾਮਲਿਆਂ ਵੱਲ ਕਾਫੀ ਜ਼ਿਆਦਾ ਧਿਆਨ ਦਿੱਤਾ ਸੀ ਅਤੇ ਕਈ ਸੁਧਾਰ ਵੀ ਕੀਤੇ ਸੀ। ਉਹਦਾ ਮੁੱਖ ਉਦੇਸ਼ ਕੀ ਸੀ ਕਿ ਰਾਜ ਦੀ ਆਮਦਨ ਵਧਾਈ ਕਿਸ ਤਰ੍ਹਾਂ ਜਾਵੇ, ਅਤੇ ਕਿਉਂਕਿ ਜਿਹੜੇ ਮੰਗੋਲਾਂ ਨੇ ਹਮਲੇ ਕੀਤੇ ਸੀ ਉਹਦੇ ਨਾਲ ਸੀਗਾ ਧਨ ਦੀ ਕਾਫੀ ਬਰਬਾਦੀ ਹੋਈ ਸੀ, ਜਿਹਦੇ ਕਰਕੇ ਉਹਨੂੰ ਸੈਨਾ ਦਾ ਸੰਗਠਨ ਕਰਨ ਦੇ ਲਈ ਕਾਫੀ ਜ਼ਿਆਦਾ ਧਨ ਦੀ ਲੋੜ ਸੀ। ਸਭ ਤੋਂ ਪਹਿਲਾਂ ਉਹਨੇ ਆਰਡਰ ਦਿੱਤਾ ਸੀ ਕਿ ਉਹਨਾਂ ਅਮੀਰਾਂ, ਸਰਦਾਰਾਂ ਅਤੇ ਰਾਜ ਅਧਿਕਾਰੀਆਂ ਅਤੇ ਧਾਰਮਿਕ ਵਰਗ ਦੇ ਲੋਕਾਂ ਦੀਆਂ ਜ਼ਗੀਰਾਂ ਨੂੰ ਜ਼ਬਤ ਕਰ ਲਿਆ ਜਾਵੇ ਜੋ ਉਹਨਾਂ ਨੂੰ ਸੰਪਤੀ ਜਾਂ ਇਨਾਮ ਦੇ ਵਜੋਂ ਦਿੱਤੀਆਂ ਹੋਈਆਂ ਨੇ। ਇਹਨਾਂ ਜ਼ਗੀਰਾਂ ਨੂੰ ਕੀ ਕੀਤਾ ਸੀ? ਸਿੱਧਾ ਸ਼ਾਹੀ ਅਧਿਕਾਰ ਦੇ ਵਿੱਚ ਲੈ ਲਿਆ ਗਿਆ ਸੀ ਅਤੇ ਇਸ ਦੇ ਨਾਲ ਅਮੀਰਾਂ ਅਤੇ ਸਰਦਾਰਾਂ ਦੀ ਸ਼ਕਤੀ ਵੀ ਘਟ ਗਈ ਸੀ ਅਤੇ ਰਾਜ ਦੀ ਆਮਦਨ ਦੇ ਵਿੱਚ ਵੀ ਕਾਫੀ ਜ਼ਿਆਦਾ ਵਾਧਾ ਹੋ ਗਿਆ ਸੀ। ਦੂਸਰਾ ਉਹਨੇ ਉਦੇਸ਼ ਦਿੱਤਾ ਸੀ ਕਿ ਜਿਹੜਾ ਮੁਕੱਦਮਾ ਹੈ ਅਤੇ ਪਿੰਡਾਂ ਦੇ ਜ਼ਿਮੀਂਦਾਰ ਅਤੇ ਚੌਧਰੀਆਂ ਦੇ ਵਿਸ਼ੇਸ਼ ਅਧਿਕਾਰ ਸੀ ਜਿਹੜੇ, ਉਹਨਾਂ ਤੋਂ ਖੋਹ ਲਏ ਜਾਣ ਅਤੇ ਉਹਨਾਂ ਨੂੰ ਸਾਰੇ ਟੈਕਸ ਦੇਣੇ ਪੈਣ ਜਿਹੜੇ ਇੱਕ ਸਧਾਰਨ ਕਿਸਾਨ ਦਿੰਦੇ ਨੇ। ਉਹਨਾਂ ਨੂੰ ਲਗਾਨ ਇਕੱਠਾ ਕਰਨ ਦਾ ਕੁਝ ਹਿੱਸਾ ਆਪਣੇ ਪਾਸ ਰੱਖਣ ਦਾ ਅਧਿਕਾਰ ਤੋਂ ਵੀ ਉਹਨੇ ਵਾਂਝਿਆ ਕਰ ਦਿੱਤਾ ਸੀ। ਲਗਾਨ ਇਕੱਠਾ ਕਰਨ ਦੇ ਅਧਿਕਾਰ ਨੂੰ ਉਹਦੇ ਰਾਜ ਦੇ ਵਿੱਚ ਖੁੱਤੀ ਕਿਹਾ ਜਾਂਦਾ ਸੀ। ਅਲਾਊਦੀਨ ਖਿਲਜੀ ਨੇ ਹੋਰ ਕੀ ਕੀਤਾ ਸੀ? ਭੂਮੀ ਦੀ ਪਮਾਇਸ਼ ਕਰਵਾਉਣ ਦੇ ਲਈ ਪ੍ਰਥਾ ਚਲਾਈ ਸੀ ਇੱਕ। ਪਹਿਲਾਂ ਹੀ ਮੁਸਲਿਮ ਸੁਲਤਾਨ ਸੀਗਾ ਜਿਹਨੇ ਭੂਮੀ ਦੀ ਪਮਾਇਸ਼ ਦੇ ਆਧਾਰ 'ਤੇ ਭੂਮੀ ਦਾ ਟੈਕਸ ਸੀ ਜਿਹੜਾ ਉਹ ਨਿਸ਼ਚਿਤ ਕੀਤਾ ਸੀ। ਉਹਨੇ ਭੂਮੀ ਦੀ ਮਿਣਤੀ ਕਿਸ ਢੰਗ ਨਾਲ ਕੀਤੀ ਗਈ ਅਤੇ ਇਸ ਲਈ ਖੇਤੀ ਦੇ ਯੰਤਰ ਦੀ ਵੀ ਵਰਤੋਂ ਕੀਤੀ ਗਈ ਸੀ। ਜਿਹੜਾ ਭੂਮੀ ਦਾ ਟੈਕਸ ਸੀਗਾ ਉਹ ਜਿੰਨੀ ਵੀ ਉਪਜ ਹੁੰਦੀ ਸੀ ਉਹਦਾ ਅੱਧਾ ਭਾਗ ਨਿਸ਼ਚਿਤ ਕਰਤਾ ਸੀ ਅਤੇ ਉਹਦੇ ਤੋਂ ਪਹਿਲਾਂ ਕੀ ਸੀ? ਜਿਹੜਾ ਭੂਮੀ ਟੈਕਸ ਸੀਗਾ ਉਹਦੀ ਦਰ ਆਮ ਤੌਰ 'ਤੇ ਉਪਜ ਦਾ ਸੀ ਜਿਹੜਾ 1/4 ਜਾਂ 1/3 ਹਿੱਸਾ ਹੁੰਦੀ ਸੀ, ਪਰ ਅਲਾਊਦੀਨ ਨੇ ਇਹਦੀ ਦਰ ਵਧਾ ਕੇ ਅੱਧਾ ਹਿੱਸਾ ਕਰ ਦਿੱਤੀ ਸੀ। ਨਿਸ਼ਚਿਤ ਜਿੰਨਾ ਵੀ ਉਹ ਟੈਕਸ ਨਿਸ਼ਚਿਤ ਕੀਤਾ ਗਿਆ ਸੀ ਉਹਨੂੰ ਸਖਤੀ ਨਾਲ ਵਸੂਲ ਕਰਨ ਦਾ ਵੀ ਹੁਕਮ ਦਿੱਤਾ ਗਿਆ ਸੀ। ਉਹਨੇ ਹੋਰ ਕੀ ਕੀਤਾ ਸੀ? ਦੀਵਾਨ-ਏ-ਮੁਕਤਸਰ ਸੀ ਜਿਹੜਾ ਇੱਕ ਵਿਸ਼ੇਸ਼ ਲਗਾਨ ਵਿਭਾਗ ਦੀ ਸਥਾਪਨਾ ਕੀਤੀ ਸੀ ਉਹਨੇ, ਜਿਹਦੇ ਵਿੱਚ ਯੋਗ ਅਤੇ ਇਮਾਨਦਾਰ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਸੀ। ਇਹਨਾਂ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਹੀ ਭੂਮੀ ਟੈਕਸ ਸਮੇਂ 'ਤੇ ਇਕੱਠਾ ਕਰ ਲਿਆ ਜਾਂਦਾ ਸੀ ਅਤੇ ਲਗਾਨ ਦੀਆਂ ਜਿਹੜੀਆਂ ਬਕਾਇਆ ਰਕਮਾਂ ਹੁੰਦੀਆਂ ਸੀ ਉਹ ਵੀ ਛੇਤੀ ਨਾਲ ਵਸੂਲ ਕਰ ਲਈਆਂ ਜਾਂਦੀਆਂ ਸੀ। ਆਮਿਲਾਂ ਅਤੇ ਕਾਰਕੁਨਾਂ ਨੂੰ ਦੰਡ ਵੀ ਦਿੱਤਾ ਜਾਂਦਾ ਸੀ ਜਿਹੜੇ ਸਮੇਂ 'ਤੇ ਟੈਕਸ ਨਹੀਂ ਸੀ ਦਿੰਦੇ। ਪਟਵਾਰੀਆਂ ਅਤੇ ਲਗਾਨ ਵਿਭਾਗ ਦੇ ਜਿਹੜੇ ਦੂਜੇ ਛੋਟੇ ਅਧਿਕਾਰੀ ਸੀ ਉਹਨਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਗਈਆਂ ਸੀ ਤਾਂ ਕਿ ਉਹ ਰਿਸ਼ਵਤ ਨਾ ਲੈਣ ਅਤੇ ਉਹ ਆਪਣੇ ਜਿਹੜੇ ਵੀ ਕਰਤੱਵ ਨੇ ਉਹਨਾਂ ਦੀ ਪਾਲਣਾ ਉਹ ਇਮਾਨਦਾਰੀ ਦੇ ਨਾਲ ਕਰ ਸਕਣ। ਜਿਹੜਾ ਰਾਜਾ ਆਪ ਸੀ ਉਹ ਲਗਾਨ ਵਿਭਾਗ ਦੇ ਅਧਿਕਾਰੀਆਂ ਦੇ ਉੱਤੇ ਕੜੀ ਨਿਗਾਹ ਰੱਖਦਾ ਸੀ ਅਤੇ ਇੱਥੋਂ ਤੱਕ ਕਿ ਉਹ ਕਈ ਵਾਰੀ ਪਟਵਾਰੀਆਂ ਦੇ ਕਾਗਜ਼ ਪੱਤਰਾਂ ਦੀ ਵੀ ਆਪ ਪੜਤਾਲ ਕਰਦਾ ਹੁੰਦਾ ਸੀ। ਜੇ ਉਹ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰਦੇ ਸਨ ਤਾਂ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਉਸ ਤੋਂ ਬਿਨਾਂ ਖਿਰਾਜ ਜਾਂ ਭੂਮੀ ਟੈਕਸ ਦੇ ਇਲਾਵਾ ਆਮਦਨ ਦੇ ਹੋਰ ਵੀ ਸਾਧਨ ਸੀ, ਜਿਵੇਂ ਜਜ਼ੀਆ ਸੀਗਾ, ਹਿੰਦੂਆਂ ਉੱਤੇ ਟੈਕਸ ਲਾਇਆ ਹੋਇਆ ਸੀ, ਜ਼ਕਾਤ ਸੀ, ਮੁਸਲਮਾਨਾਂ ਦੇ ਉੱਪਰ ਟੈਕਸ ਲਾਇਆ ਹੋਇਆ ਸੀ ਇਹ।
ਖਮਸ ਸੀ, ਯੁੱਧ ਦੇ ਵਿੱਚ ਲੁੱਟਮਾਰ ਵਜੋਂ ਪ੍ਰਾਪਤ ਕੀਤੇ ਧਨ ਦਾ ਜਿਹੜਾ 4/5 ਹਿੱਸਾ ਸੀ ਉਹ ਲੈਂਦਾ ਸੀ ਰਾਜਾ। ਮਕਾਨਾਂ 'ਤੇ ਟੈਕਸ ਲੈਂਦਾ ਸੀ। ਦੁੱਧ ਦੇਣ ਵਾਲੇ ਪਸ਼ੂ ਸੀ ਜਿਹੜੇ ਗਊਆਂ, ਮੱਝਾਂ, ਬੱਕਰੀਆਂ, ਉਹਨਾਂ ਦੇ ਉੱਤੇ ਵੀ ਟੈਕਸ ਲਾਇਆ ਜਾਂਦਾ ਸੀ। ਜ਼ਬਤ ਕੀਤੀਆਂ ਗਈਆਂ ਜਗੀਰਾਂ, ਅਪਰਾਧੀਆਂ ਦੇ ਉੱਤੇ ਕੀਤੇ ਗਏ ਜੁਰਮਾਨੇ ਅਤੇ ਸੀਮਾ ਸ਼ੁਲਕ ਜਾਂ ਚੁੰਗੀ ਕਰ ਉਹ ਵੀ ਆਦਿ ਉਹਨਾਂ 'ਤੇ ਵੀ ਟੈਕਸ ਲਾਏ ਜਾਂਦੇ ਸੀ। ਅਲਾਊਦੀਨ ਖਿਲਜੀ ਸੀ ਜਿਹੜਾ ਉਹਨੇ ਭੂਮੀ ਕਰ ਪ੍ਰਣਾਲੀ ਅਤੇ ਵਿੱਤੀ ਵਿਵਸਥਾ ਦੇ ਵਿੱਚ ਸੁਧਾਰ ਲਈ ਕਈ ਕਦਮ ਉਠਾਏ ਸੀਗੇ। ਪਹਿਲਾ ਉਹਦੇ ਵਿੱਚ ਸੀਗਾ ਰਾਜ ਦੀ ਆਮਦਨ ਦੇ ਵਿੱਚ ਇਹਦੇ ਨਾਲ ਕਾਫੀ ਜ਼ਿਆਦਾ ਵਾਧਾ ਹੋ ਗਿਆ ਸੀ। ਜ਼ਿਮੀਂਦਾਰਾਂ, ਕਿਸਾਨਾਂ, ਵਪਾਰੀਆਂ ਅਤੇ ਹੋਰ ਜਿਹੜੇ ਲੋਕ ਸੀਗੇ ਉਹਨਾਂ ਦੇ ਉੱਤੇ ਰਾਜ ਦੀ ਆਮਦਨੀ ਵਧਾਉਣ ਦਾ ਬੋਝ ਵੱਧ ਗਿਆ ਸੀ। ਦੂਜਾ ਕਾਰਨ ਕੀ ਸੀਗਾ? ਜ਼ਿਮੀਂਦਾਰਾਂ, ਸਰਦਾਰਾਂ, ਮੁਕੱਦਮਾਂ, ਚੌਧਰੀਆਂ ਦੀ ਜਿਹੜੀ ਆਰਥਿਕ ਸਥਿਤੀ ਸੀਗੀ ਉਹ ਕਾਫੀ ਜ਼ਿਆਦਾ ਕਮਜ਼ੋਰ ਹੋ ਗਈ ਸੀ। ਇਸ ਕਰਕੇ ਉਹ ਰਾਜੇ ਦਾ ਵਿਦਰੋਹ ਨਹੀਂ ਸੀ ਕਰ ਸਕਦੇ। ਸਰਕਾਰੀ ਗੋਦਾਮ ਸੀ ਜਿਹੜੇ ਅਨਾਜ ਦੇ ਨਾਲ ਭਰੇ ਰਹਿਣ ਲੱਗ ਪਏ ਸੀ, ਕਿਉਂਕਿ ਪੈਦਾਵਾਰ ਦਾ ਜਿਹੜਾ ਅੱਧਾ ਹਿੱਸਾ ਸੀ ਉਹ ਸਰਕਾਰ ਨੂੰ ਮਿਲ ਜਾਂਦਾ ਸੀ। ਜਿਹੜੇ ਟੈਕਸ ਅਧਿਕਾਰੀ ਸੀ ਉਹ ਇਮਾਨਦਾਰੀ ਦੇ ਨਾਲ ਆਪਣੇ ਕਰਤੱਵ ਦੀ ਪਾਲਣਾ ਕਰਨ ਲੱਗ ਗਏ ਸੀ ਅਤੇ ਸਖਤ ਸਜ਼ਾਵਾਂ ਦੇ ਡਰ ਕਾਰਨ ਉਹ ਰਿਸ਼ਵਤ ਨਹੀਂ ਸੀ ਲੈਂਦੇ। ਸਰਕਾਰ ਦੀ ਜਿਹੜੀ ਸਾਲਾਨਾ ਆਮਦਨ ਸੀ ਉਹ ਵੱਧ ਗਈ ਸੀ ਅਤੇ ਇੱਕ ਵਿਸ਼ੇਸ਼ ਸ਼ਕਤੀਸ਼ਾਲੀ ਸੈਨਾ ਦਾ ਪੁਨਰਗਠਨ ਹੋ ਗਿਆ ਸੀ। ਕਿਸਾਨਾਂ ਨੂੰ ਲਾਭ ਦੀ ਬਜਾਏ ਹੋਰ ਵੀ ਹਾਨੀ ਹੋਣ ਲੱਗ ਗਈ ਸੀ। ਇੱਕ ਤਾਂ ਉਹਨਾਂ ਨੂੰ ਪੈਦਾਵਾਰ ਦਾ ਅੱਧਾ ਭਾਗ ਸੀ ਜਿਹੜਾ ਉਹ ਸਰਕਾਰ ਨੂੰ ਭੂਮੀ ਦੇ ਟੈਕਸ ਵਜੋਂ ਦੇਣਾ ਪੈਂਦਾ ਸੀ ਅਤੇ ਆਪਣੇ ਹਿੱਸੇ ਦਾ ਅਨਾਜ ਵੀ ਸਸਤੀਆਂ ਕੀਮਤਾਂ 'ਤੇ ਉਹਨਾਂ ਨੂੰ ਵੇਚਣਾ ਪੈਂਦਾ ਸੀ। ਅਜਿਹੇ ਹਾਲਾਤ ਦੇ ਵਿੱਚ ਉਹ ਖੁਸ਼ ਨਹੀਂ ਰਹਿ ਸਕਦੇ ਸੀਗੇ ਅਤੇ ਉਹਨਾਂ ਦੇ ਵਿੱਚ ਅਸੰਤੋਸ਼ ਦੀ ਭਾਵਨਾ ਪੈਦਾ ਹੋ ਗਈ ਸੀ, ਜਿਸ ਨੇ ਸਮਾਂ ਬੀਤਣ ਦੇ ਨਾਲ ਕੀ ਹੋਇਆ, ਜਿਹੜਾ ਉਹਦਾ ਸਾਮਰਾਜ ਸੀ ਉਹਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ। ਉਸ ਤੋਂ ਅੱਗੇ ਆ ਅਲਾਊਦੀਨ ਖਲਜੀ ਦੀ ਨਿਆਂ ਵਿਵਸਥਾ। ਬਲਬਨ ਦੀ ਤਰ੍ਹਾਂ ਜਿਹੜਾ ਅਲਾਊਦੀਨ ਖਲਜੀ ਸੀ ਉਹ ਵੀ ਨਿਆਂ ਕਰਨ ਦੇ ਵਿੱਚ ਬੜਾ ਹੀ ਕਠੋਰ ਸੀ। ਉਹ ਰਾਜ ਦਾ ਸਭ ਤੋਂ ਵੱਡਾ ਨਿਆਂਧੀਸ਼ ਸਮਝਦਾ ਸੀ ਆਪਣੇ ਆਪ ਨੂੰ, ਅਤੇ ਵੱਡੇ ਵੱਡੇ ਮੁਕੱਦਮਿਆਂ ਦਾ ਫੈਸਲਾ ਵੀ ਉਹ ਆਪ ਕਰਦਾ ਸੀ। ਸੁਲਤਾਨ ਦੇ ਬਾਅਦ ਦੂਜੇ ਦਰਜੇ 'ਤੇ ਸੀ ਜਿਹੜਾ ਕਾਜ਼ੀ ਉਲ ਕਜ਼ਾਤ ਜਾਂ ਕਾਜ਼ੀ ਏ ਮੁਮਾਲਿਕ ਹੁੰਦਾ ਸੀ। ਉਹਦੇ ਅਧੀਨ ਬਹੁਤ ਸਾਰੇ ਛੋਟੇ ਦਰਜੇ ਦੇ ਕਾਜ਼ੀ ਵੀ ਕੰਮ ਕਰਦੇ ਸੀ। ਅਲਾਊਦੀਨ ਦੇ ਸ਼ਾਸਨ ਕਾਲ ਦੇ ਜਿਹੜੇ ਸ਼ੁਰੂ ਦੇ ਵਰ੍ਹੇ ਸੀਗੇ ਉਹਨਾਂ ਦੇ ਵਿੱਚ ਸਦਰ ਜਹਾਨ ਸਦਰੂਦੀਨ ਨੂੰ ਕਾਜ਼ੀ ਏ ਮੁਮਾਲਿਕ ਥਾਪਿਆ ਗਿਆ ਸੀ, ਜਿਹੜਾ ਆਪਣੀ ਯੋਗਤਾ ਅਤੇ ਉੱਚੇ ਆਚਰਣ ਦੇ ਲਈ ਕਾਫੀ ਜ਼ਿਆਦਾ ਪ੍ਰਸਿੱਧ ਸੀ। ਪ੍ਰਾਂਤ ਦੇ ਵਿੱਚ ਸੂਬੇਦਾਰ ਅਤੇ ਕਾਜ਼ੀ ਸੀ ਜਿਹੜੇ ਲੋਕਾਂ ਦੇ ਮੁਕੱਦਮਿਆਂ ਨੂੰ ਉਹ ਨਿਪਟਾਉਂਦੇ ਸੀ, ਅਤੇ ਪਿੰਡ ਦੇ ਵਿੱਚ ਨਿਆਂ ਦਾ ਕੰਮ ਸੀ ਜਿਹੜਾ ਉਹ ਲੰਬਰਦਾਰ ਅਤੇ ਪੰਚਾਇਤਾਂ ਦੇ ਹੱਥ ਵਿੱਚ ਹੁੰਦਾ ਸੀ। ਇਹਨਾਂ ਸਾਰਿਆਂ ਤੋਂ ਬਿਨਾਂ ਜਿਹੜੇ ਵਜ਼ੀਰ ਸੀ, ਰਾਜਕੁਮਾਰ ਸੀ, ਸੈਨਾਪਤੀ ਸੀ ਅਤੇ ਦੂਜੇ ਪਦ ਅਧਿਕਾਰੀ ਸੀ ਉਹ ਵੀ ਸਧਾਰਨ ਮੁਕੱਦਮਿਆਂ ਦਾ ਫੈਸਲਾ ਕਰਦੇ ਸੀ। ਉਸ ਸਮੇਂ ਕੋਈ ਵਕੀਲ ਵਗੈਰਾ ਨਹੀਂ ਹੁੰਦੇ ਸੀ ਅਤੇ ਮੁਕੱਦਮਿਆਂ ਦਾ ਫੈਸਲਾ ਬੜੀ ਜਲਦੀ ਨਾਲ ਕੀਤਾ ਜਾਂਦਾ ਸੀ। ਅਲਾਊਦੀਨ ਦੇ ਰਾਜਕਾਲ ਦੇ ਵਿੱਚ ਕਾਜ਼ੀ ਸੀ ਜਿਹੜਾ ਉਹ ਬਹੁਤ ਯੋਗ ਅਤੇ ਸ਼ੁੱਧ ਚਰਿੱਤਰਾਂ ਵਾਲੇ ਸੀਗੇ ਅਤੇ ਉਹਨਾਂ ਦਾ ਬੜਾ ਜ਼ਿਆਦਾ ਆਦਰ ਕੀਤਾ ਜਾਂਦਾ ਸੀ। ਉਹਦੇ ਸਮੇਂ ਦੇ ਵਿੱਚ ਜਿਹੜੇ ਦੰਡ ਸੀਗੇ ਉਹ ਕਾਫੀ ਜ਼ਿਆਦਾ ਕਠੋਰ ਦਿੱਤੇ ਜਾਂਦੇ ਸੀ ਅਤੇ ਜਿਹੜਾ ਅਪਰਾਧੀ ਹੁੰਦਾ ਸੀ ਉਹਦਾ ਉੱਚਾ ਅਹੁਦਾ, ਨੇਕੀ ਜਾਂ ਧਨ ਵੀ ਉਹਨੂੰ ਦੰਡ ਦੇ ਪੀੜ ਤੋਂ ਨਹੀਂ ਸੀ ਬਚਾ ਸਕਦੇ। ਤੜਫਾ ਕੇ ਕਤਲ ਕਰਨਾ, ਸਰੀਰ ਦੇ ਅੰਗ ਕੱਟ ਦੇਣੇ, ਖੂਹਾਂ ਦੇ ਵਿੱਚ ਸੁੱਟ ਦੇਣਾ, ਕਿਲਿਆਂ ਦੇ ਵਿੱਚ ਕੈਦ ਕਰ ਦੇਣਾ, ਕੋੜੇ ਮਾਰਨੇ, ਇਸ ਤਰ੍ਹਾਂ ਦੀਆਂ ਸਜ਼ਾਵਾਂ ਸੀ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਸੀ। ਸ਼ਰਾਬ ਵੇਚਣ ਵਾਲੇ ਜਾਂ ਪੀਣ ਵਾਲੇ ਅਪਰਾਧੀ ਨੂੰ ਵਿਸ਼ੇਸ਼ ਤੌਰ 'ਤੇ ਖੂਹਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ, ਜਿੱਥੋਂ ਜਿਉਂਦੇ ਵਾਪਸ ਨਿਕਲਣਾ ਉਹਨਾਂ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਸੀ। ਘੱਟ ਤੋਲਣ ਵਾਲੇ ਦੁਕਾਨਦਾਰ ਦਾ ਮਾਸ ਕੱਟ ਲਿਆ ਜਾਂਦਾ ਸੀ। ਉਸ ਤੋਂ ਨੈਕਸਟ ਹੈ ਅਲਾਊਦੀਨ ਖਲਜੀ ਦਾ ਜਾਸੂਸ ਪ੍ਰਬੰਧ ਸੀ ਜਿਹੜਾ ਅਲਾਊਦੀਨ ਖਲਜੀ ਨੇ ਕੁਸ਼ਲ ਪੁਲਿਸ ਪ੍ਰਬੰਧ ਦੀ ਵਿਵਸਥਾ ਕੀਤੀ ਹੋਈ ਸੀ। ਕੋਤਵਾਲ ਸੀ ਜਿਹੜਾ ਉਹ ਪੁਲਿਸ ਵਿਭਾਗ ਦਾ ਮੁਖੀ ਹੁੰਦਾ ਸੀ ਅਤੇ ਉਹਨੂੰ ਰਾਜੇ ਦੇ ਵੱਲੋਂ ਕਾਫੀ ਸਾਰੀਆਂ ਸ਼ਕਤੀਆਂ ਦਿੱਤੀਆਂ ਗਈਆਂ ਸੀ। ਰਾਜਧਾਨੀ ਦੇ ਵਿੱਚ ਸ਼ਾਂਤੀ ਅਤੇ ਵਿਵਸਥਾ ਨੂੰ ਕਾਇਮ ਰੱਖਣਾ ਉਹਦਾ ਸਭ ਤੋਂ ਵੱਡਾ ਕੰਮ ਹੁੰਦਾ ਸੀ। ਉਹ ਰਾਜੇ ਨੂੰ ਰਾਜ ਪ੍ਰਬੰਧ ਦੇ ਮਾਮਲਿਆਂ ਦੇ ਵਿੱਚ ਸਲਾਹ ਵੀ ਦਿੰਦਾ ਸੀ ਅਤੇ ਉਸ ਦੀ ਰਾਜਧਾਨੀ ਤੋਂ ਗੈਰ ਹਾਜ਼ਰੀ ਦੇ ਸਮੇਂ ਜਿਹੜਾ ਉਹਦਾ ਰਣਵਾਸ ਸੀਗਾ ਉਹਦੀ ਰੱਖਿਆ ਵੀ ਕਰਦਾ ਸੀ। ਅਲਾਊਦੀਨ ਦੇ ਸ਼ਾਸਨ ਕਾਲ ਦੇ ਸ਼ੁਰੂ ਦੇ ਵਿੱਚ ਨੁਸਰਤ ਖਾਨ ਸੀ ਜਿਹੜਾ ਉਹ ਕੋਤਵਾਲ ਸੀ, ਪਰ ਬਾਅਦ ਦੇ ਵਿੱਚ ਅੱਲਾ ਉਲ ਮੁਲਕ ਨੂੰ ਇਸ ਅਹੁਦੇ 'ਤੇ ਨਿਯੁਕਤ ਕਰ ਦਿੱਤਾ ਗਿਆ ਸੀ। ਅਲਾਊਦੀਨ ਨੇ ਪੁਲਿਸ ਵਿਭਾਗ ਦੇ ਵਿੱਚ ਕੁਝ ਸੁਧਾਰ ਵੀ ਕੀਤਾ ਸੀ ਅਤੇ ਉਹਨੇ ਇਸ ਵਿਭਾਗ ਦੇ ਵਿੱਚ ਦੀਵਾਨ-ਏ-ਰਿਆਸਤ, ਸ਼ਾਨਾ-ਏ-ਮੰਡੀ ਅਤੇ ਮੁਹਤਾਸਿਬਾਦ ਕਈ ਨਵੇਂ ਪਦਾਂ ਦੀ ਵੀ ਵਿਵਸਥਾ ਕੀਤੀ ਸੀ ਅਤੇ ਯੋਗ ਵਿਅਕਤੀਆਂ ਨੂੰ ਇਹਨਾਂ ਪਦਾਂ ਦੇ ਉੱਪਰ ਲਾਇਆ ਗਿਆ ਸੀ। ਉਸ ਤੋਂ ਅੱਗੇ ਉਸ ਦਾ ਜਿਹੜਾ ਜਾਸੂਸ ਪ੍ਰਬੰਧ ਸੀ ਉਹ ਪਿਛਲੇ ਸਾਰੇ ਸੁਲਤਾਨਾਂ ਤੋਂ ਬਹੁਤ ਜ਼ਿਆਦਾ
ਕੁਸ਼ਲ ਸੀਗਾ। ਉਹਨੇ ਸਾਮਰਾਜ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਸੂਸ ਛੱਡੇ ਹੋਏ ਸੀ, ਜਿਹੜੇ ਕਿ ਛੋਟੀ ਤੋਂ ਛੋਟੀ ਘਟਨਾ ਦੀ ਵੀ ਸੂਚਨਾ ਦਿੰਦੇ ਰਹਿੰਦੇ ਸੀ। ਇੱਕ ਜਗ੍ਹਾ 'ਤੇ ਬਰਨੀ ਲਿਖਦਾ, ਉਹਦਾ ਜਿਹੜਾ ਕਵੀ ਸੀ, ਦਰਬਾਰੀ ਸਾਹਿਤਕਾਰ ਸੀ, ਅਮੀਰਾਂ, ਮਲਿਕਾਂ ਅਤੇ ਕਰਮਚਾਰੀਆਂ ਦੇ ਘਰਾਂ ਦੇ ਵਿੱਚ ਜੋ ਕੁਝ ਹੁੰਦਾ ਸੀ ਉਹਨੂੰ ਵੀ ਰਾਜੇ ਤੱਕ ਪਹੁੰਚਾ ਦਿੱਤਾ ਜਾਂਦਾ ਸੀ। ਇਸ ਲਈ ਉਹ ਲੋਕ ਸੀ ਜਿਹੜੇ ਘਰਾਂ ਦੇ ਵਿੱਚ ਬਹੁਤ ਘੱਟ ਬੋਲਦੇ ਸਨ ਅਤੇ ਇੱਕ ਦੂਜੇ ਨਾਲ ਸੰਕੇਤਾਂ ਰਾਹੀਂ ਗੱਲਬਾਤ ਕਰਦੇ ਸਨ। ਜਾਸੂਸਾਂ ਤੋਂ ਸਰਦਾਰ, ਪਦ ਅਧਿਕਾਰੀ, ਵਪਾਰੀ ਅਤੇ ਆਮ ਲੋਕ ਸੀ ਜਿਹੜੇ ਉਹ ਬਹੁਤ ਜ਼ਿਆਦਾ ਡਰਦੇ ਸੀ। ਜਿਹੜਾ ਅਲਾਉਦੀਨ ਖਲਜੀ ਸੀ ਉਹ ਬੜਾ ਚਤਰ ਚਲਾਕ ਨੇਤਾ ਸੀਗਾ ਅਤੇ ਉਹਨੇ ਇਹ ਮਹਿਸੂਸ ਕੀਤਾ ਕਿ ਸ਼ਕਤੀਸ਼ਾਲੀ ਅਤੇ ਧਨਵਾਨ ਜਿਹੜੇ ਸਰਦਾਰ ਨੇ ਉਹ ਕਿਸੇ ਵੀ ਸਮੇਂ ਉਹਦੇ ਵਿਰੁੱਧ ਵਿਦਰੋਹ ਕਰ ਸਕਦੇ ਨੇ। ਇਸ ਕਰਕੇ ਉਹਨਾਂ ਦੀ ਸ਼ਕਤੀ ਘਟਾਉਣ ਵਾਸਤੇ ਕੀ ਕੀਤਾ, ਸਭ ਤੋਂ ਪਹਿਲਾਂ ਉਹਨਾਂ ਤੋਂ ਜਗੀਰਾਂ ਖੋਹਣੀਆਂ ਸ਼ੁਰੂ ਕਰਤੀਆਂ ਸੀ। ਕੁਤਬਦੀਨ ਅਤੇ ਇਲਤੁਤਮਿਸ਼ ਦੇ ਸਮੇਂ ਤੋਂ ਹੀ ਜਿਹੜੇ ਅਮੀਰ ਸੀਗੇ ਅਤੇ ਸਰਦਾਰਾਂ ਦੇ ਪਰਿਵਾਰਾਂ ਨੂੰ ਕਾਫੀ ਸਾਰੀਆਂ ਜਗੀਰਾਂ ਮਿਲੀਆਂ ਹੋਈਆਂ ਸੀ। ਇਹਨਾਂ ਜਗੀਰਾਂ ਦੇ ਕਾਰਨ ਹੀ ਉਹ ਕਾਫੀ ਜ਼ਿਆਦਾ ਅਮੀਰ ਅਤੇ ਸ਼ਕਤੀਸ਼ਾਲੀ ਹੋ ਗਏ ਸੀ। ਅਲਾਉਦੀਨ ਨੇ ਕੀ ਕੀਤਾ, ਉਹਨਾਂ ਦੀ ਸ਼ਕਤੀ ਨੂੰ ਘੱਟ ਕਰਨ ਦੇ ਲਈ ਉਹਨਾਂ ਦੀਆਂ ਸਾਰੀਆਂ ਜਗੀਰਾਂ ਸੀ ਜਿਹੜੀਆਂ ਉਹ ਜ਼ਬਤ ਕਰ ਲਈਆਂ ਸੀ ਅਤੇ ਉਹਨਾਂ ਨੂੰ ਮਿਲਖ ਜਿਹੜੀ ਉਹਨਾਂ ਦੇ ਪੂਰਵਜਾਂ ਤੋਂ ਪ੍ਰਾਪਤ ਹੋਈ ਸੀ ਅਤੇ ਇਨਾਮ ਸੀ ਜਿਹੜੇ ਭੇਟਾਂ ਅਤੇ ਪੈਨਸ਼ਨ ਵਗੈਰਾ ਜਿਹੜੀ ਵੀ ਕਿਸੇ ਵੀ ਰੂਪ ਦੇ ਵਿੱਚ ਪ੍ਰਾਪਤ ਹੋਈ ਸੀ, ਸਾਰੀਆਂ ਉਹਨਾਂ ਤੋਂ ਜ਼ਬਤ ਕਰ ਲਈਆਂ ਗਈਆਂ ਸੀ। ਜਿਹੜੇ ਅਮੀਰ ਅਤੇ ਸਰਦਾਰ ਸੀ ਉਹ ਗਰੀਬ ਹੋ ਗਏ ਸੀ ਅਤੇ ਉਹ ਸੁਲਤਾਨ ਦੇ ਵਿਰੁੱਧ ਸੀ ਜਿਹੜੇ ਵਿਦਰੋਹ ਕਰਨ ਤੋਂ ਅਸਮਰੱਥ ਹੋ ਗਏ ਸੀ। ਦੂਸਰਾ ਉਹਨੇ ਕੀਤਾ ਸੀ, ਸ਼ਰਾਬ ਪੀਣ ਦੀ ਮਨਾਹੀ ਕੀਤੀ ਸੀ। ਜਿਹੜਾ ਰਾਜਾ ਸੀ ਉਹਨੇ ਸਾਮਰਾਜ ਦੇ ਵਿੱਚ ਸ਼ਰਾਬ ਪੀਣੀ ਬੰਦ ਕਰਵਾ ਦਿੱਤੀ ਸੀ ਅਤੇ ਪਹਿਲਾਂ ਸਰਦਾਰ ਸੀ ਜਿਹੜੇ ਆਮ ਤੌਰ 'ਤੇ ਵੱਡੀਆਂ ਵੱਡੀਆਂ ਦਾਵਤਾਂ ਦੇ ਵਿੱਚ ਇਕੱਠੇ ਮਿਲ ਕੇ ਉਹ ਸ਼ਰਾਬ ਪੀਂਦੇ ਸੀ ਅਤੇ ਨਸ਼ੇ ਵਿੱਚ ਚੂਰ ਹੋ ਕੇ ਰਾਜੇ ਦੇ ਵਿਰੁੱਧ ਉਹ ਵਿਦਰੋਹ ਕਰਨ ਦੀਆਂ ਵੀ ਯੋਜਨਾਵਾਂ ਬਣਾਉਂਦੇ ਸੀ। ਪਰ ਰਾਜੇ ਨੇ ਕੀ ਕੀਤਾ, ਉਹਨੇ ਆਗਿਆ ਦੇ ਦਿੱਤੀ ਕਿ ਨਾ ਤਾਂ ਕੋਈ ਸ਼ਰਾਬ ਵੇਚ ਸਕਦਾ ਹੈ ਅਤੇ ਨਾ ਹੀ ਕੋਈ ਇਸ ਨੂੰ ਪੀ ਸਕਦਾ ਹੈ। ਇਹ ਆਗਿਆ ਜਦੋਂ ਦੇ ਦਿੱਤੀ ਤਾਂ ਲੋਕ ਸੀ ਜਿਹੜੇ ਚੋਰੀ ਚੋਰੀ ਆਪਣੇ ਘਰਾਂ ਦੇ ਵਿੱਚ ਹੀ ਸ਼ਰਾਬ ਕੱਢਦੇ ਸੀ ਅਤੇ ਪੀਂਦੇ ਸੀ। ਪਰ ਸਰਦਾਰਾਂ ਦੇ ਇਕੱਠੇ ਮਿਲ ਕੇ ਸ਼ਰਾਬ ਪੀਣਾ ਜ਼ਰੂਰ ਬੰਦ ਹੋ ਗਿਆ ਸੀ। ਇਸ ਦੇ ਨਾਲ ਵੀ ਬਗਾਵਤਾਂ ਦੀ ਜਿਹੜੀ ਸੰਭਾਵਨਾ ਸੀ ਉਹ ਕਾਫੀ ਜ਼ਿਆਦਾ ਘੱਟ ਗਈ ਸੀ। ਅਲਾਉਦੀਨ ਨੇ ਸਰਦਾਰਾਂ ਦੀ ਸ਼ਕਤੀ ਨੂੰ ਘੱਟ ਕਰਨ ਦੇ ਉਦੇਸ਼ ਨਾਲ ਉਹਨਾਂ ਦੇ ਆਪਸੀ ਮੇਲ ਜੋਲ 'ਤੇ ਵੀ ਰੋਕ ਲਾਤੀ ਸੀ। ਉਹਨੇ ਇਹ ਹੁਕਮ ਜਾਰੀ ਕਰਤਾ ਸੀ ਕਿ ਜਿਹੜੇ ਸੁਲਤਾਨ ਦੀ ਆਗਿਆ ਤੋਂ ਬਿਨਾਂ ਨਾ ਤਾਂ ਸਰਦਾਰ ਆਪਸ ਦੇ ਵਿੱਚ ਵਿਆਹ ਦੇ ਸੰਬੰਧ ਸਥਾਪਿਤ ਕਰ ਸਕਦੇ ਨੇ ਅਤੇ ਨਾ ਹੀ ਵੱਡੀਆਂ ਵੱਡੀਆਂ ਦਾਵਤਾਂ ਦੇ ਵਿੱਚ ਇਕੱਠੇ ਮਿਲ ਕੇ ਉਹ ਭੋਜਨ ਕਰ ਸਕਦੇ ਨੇ। ਸੁਲਤਾਨ ਨੇ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਜਾਸੂਸਾਂ ਦੀ ਨਿਯੁਕਤੀ ਕੀਤੀ ਹੋਈ ਸੀ ਅਤੇ ਉਹਨਾਂ ਨੂੰ ਸਾਮਰਾਜ ਦੇ ਵੱਖ-ਵੱਖ ਭਾਗਾਂ ਦੇ ਵਿੱਚ ਛੱਡ ਦਿੱਤਾ ਸੀ ਅਤੇ ਉਹ ਸਰਦਾਰਾਂ ਅਤੇ ਸਰਕਾਰੀ ਕਰਮਚਾਰੀਆਂ ਦੇ ਕੰਮਾਂ ਦੇ ਉੱਤੇ ਕਰੜੀ ਨਿਗਰਾਨੀ ਰੱਖਦੇ ਸੀ ਅਤੇ ਰਾਜੇ ਨੂੰ ਉਹਨਾਂ ਦੇ ਵਿਹਾਰ ਬਾਰੇ ਵੀ ਸੂਚਿਤ ਕਰਦੇ ਸੀ। ਜਾਸੂਸ ਵਿਭਾਗ ਦੇ ਮੁਖੀ ਨੂੰ ਬਰੀ ਦੇ ਮੁਮਾਲਿਕ ਕਿਹਾ ਜਾਂਦਾ ਸੀ। ਅਮੀਰ ਅਤੇ ਸਰਦਾਰ ਸੀ ਜਿਹੜੇ ਉਹ ਜਾਸੂਸਾਂ ਤੋਂ ਬਹੁਤ ਡਰਦੇ ਸੀ ਅਤੇ ਸੁਲਤਾਨ ਦੇ ਵਿਰੁੱਧ ਕੋਈ ਵੀ ਸ਼ਬਦ ਬੋਲਣ ਦਾ ਉਹ ਸਾਹਸ ਨਹੀਂ ਸੀ ਰੱਖਦੇ। ਉਸ ਤੋਂ ਅੱਗੇ ਅਲਾਉਦੀਨ ਖਲਜੀ ਦਾ ਸੈਨਿਕ ਪ੍ਰਬੰਧ ਅਤੇ ਉਹਦੇ ਸੁਧਾਰ। ਫਸਤੇ ਹੈ ਵਿਸ਼ਾਲ ਸਥਾਈ ਸੈਨਾ ਦਾ ਸੰਗਠਨ ਕੀਤਾ ਸੀ ਉਹਨੇ ਇਹ ਮਹਿਸੂਸ ਕੀਤਾ ਸੀ ਕਿ ਮੰਗੋਲਾਂ ਦੇ ਹਮਲਿਆਂ ਦਾ ਮੁਕਾਬਲਾ ਕਰਨ ਦੇ ਲਈ ਜਿਹੜਾ ਉਹਦਾ ਸਾਮਰਾਜ ਹੈ ਉਹਨੂੰ ਚੰਗੀ ਤਰ੍ਹਾਂ ਦ੍ਰਿੜ ਕਰਨ ਦੇ ਲਈ ਇੱਕ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੈਨਾ ਜਿਹੜੀ ਉਹਦੀ ਬਹੁਤ ਜ਼ਰੂਰਤ ਹੈ। ਇਸ ਲਈ ਉਹਨੇ ਇੱਕ ਬੜੀ ਵੱਡੀ ਸੈਨਾ ਦਾ ਸੰਗਠਨ ਕੀਤਾ ਜਿਹਦੇ ਵਿੱਚ 4,75,000 ਘੋੜਸਵਾਰ ਸੀਗੇ ਅਤੇ ਇਹ ਤੋਂ ਬਿਨਾਂ ਸੈਨਾ ਦੇ ਵਿੱਚ ਪੈਦਲ ਸੈਨਿਕ ਅਤੇ ਹਾਥੀ ਵੀ ਸਨ, ਪਰ ਉਹਨਾਂ ਦੀ ਸੰਖਿਆ ਜਿਹੜੀ ਉਹ ਨਿਸ਼ਚਿਤ ਨਹੀਂ ਸੀ। ਹਰੇਕ ਘੋੜਸਵਾਰ ਸੈਨਿਕ ਦੀ ਜਿਹੜੀ ਤਨਖਾਹ ਸੀਗੀ ਉਹ 234 ਟਕੇ ਪ੍ਰਤੀ ਸਾਲ ਅਤੇ ਜਿਨ੍ਹਾਂ ਸੈਨਿਕਾਂ ਕੋਲ ਇੱਕ ਦੀ ਥਾਂ 'ਤੇ 2 ਘੋੜੇ ਹੁੰਦੇ ਸੀ ਉਹਨਾਂ ਨੂੰ 78 ਟੰਕੇ ਪ੍ਰਤੀ ਸਾਲ ਜ਼ਿਆਦਾ ਤਨਖਾਹ ਮਿਲਦੀ ਸੀ। ਸੈਨਿਕਾਂ ਦੀ ਤਨਖਾਹ ਘੱਟ ਹੋਣ ਦੇ ਕਾਰਨ ਅਲਾਉਦੀਨ ਨੇ ਸਾਰੀਆਂ ਜ਼ਰੂਰੀ ਵਸਤੂਆਂ ਦੇ ਭਾਅ ਸੀ ਜਿਹੜੇ ਬਹੁਤ ਸਸਤੇ ਨਿਯਤ ਕੀਤੇ ਸੀ ਤਾਂ ਕਿ ਜਿਹੜੇ ਸੈਨਿਕ ਨੇ ਉਹ ਆਪਣਾ ਜੀਵਨ ਨਿਰਵਾਹ ਚੰਗੀ ਤਰ੍ਹਾਂ ਕਰ ਸਕਣ ਅਤੇ ਸੰਤੁਸ਼ਟ ਰਹਿ ਸਕਣ। ਉਹਨੇ ਇੱਕ ਦਾਗ ਅਤੇ ਚਿਹਰਾ ਦੇ ਨਿਯਮ ਬਣਾਏ ਹੋਏ ਸੀ। ਸੈਨਾ ਦੇ ਵਿੱਚ ਸਭ ਤੋਂ ਮਹੱਤਵਪੂਰਨ ਸੁਧਾਰ ਕੀਤਾ ਸੀ ਉਹਨੇ ਦਾਗ ਅਤੇ ਚਿਹਰੇ ਦੇ ਨਿਯਮ ਨਾਲ। ਦਾਗ ਕੀ ਸੀ, ਹਰੇਕ ਘੋੜੇ ਨੂੰ ਪਹਿਲਾਂ ਦਾਗਿਆ ਜਾਂਦਾ ਸੀ ਅਤੇ ਚਿਹਰਾ ਅਨੁਸਾਰ ਹਰੇਕ ਸੈਨਿਕ ਦਾ ਹੁਲੀਆ ਲਿਆ ਜਾਂਦਾ ਸੀ ਜਿਹੜਾ ਸਰਕਾਰੀ ਰਿਕਾਰਡ ਦੇ ਵਿੱਚ ਰੱਖਿਆ ਜਾਂਦਾ ਸੀ। ਇਹਨਾਂ ਸੁਧਾਰਾਂ ਦੇ ਨਾਲ ਹੀ ਸਰਕਾਰ ਨੂੰ ਧੋਖਾ ਦੇਣ ਦੀ ਜਿਹੜੀ ਸੰਭਾਵਨਾ ਸੀ ਉਹ ਕਾਫੀ ਜ਼ਿਆਦਾ ਘੱਟ ਜਾਂਦੀ ਸੀ। ਨਵੇਂ ਹਥਿਆਰ ਤਿਆਰ ਕਰਵਾਉਣੇ। ਜਿਹੜਾ ਰਾਜਾ ਸੀ ਉਹਨੇ ਸੈਨਿਕਾਂ ਨੂੰ ਨਵੇਂ ਹਥਿਆਰ ਮੁਹੱਈਆ ਕਰਨ ਦੇ ਉਦੇਸ਼ ਨਾਲ ਕਈ ਸਥਾਨਾਂ 'ਤੇ ਕਾਰਖਾਨੇ ਸਥਾਪਿਤ ਕਰ ਦਿੱਤੇ ਸੀ
ਤੇ ਇਹਨਾਂ ਕਾਰਖਾਨਿਆਂ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਜਿਹੜੇ ਹਥਿਆਰ ਸੀ ਉਹ ਤਿਆਰ ਕੀਤੇ ਜਾਂਦੇ ਸੀ ਤੇ ਸੈਨਿਕਾਂ ਨੂੰ ਇਹਨਾਂ ਹਥਿਆਰਾਂ ਦੀ ਸਹੀ ਵਰਤੋਂ ਕਰਨ ਦੀ ਵੀ ਸਿਖਲਾਈ ਦਿੱਤੀ ਜਾਂਦੀ ਸੀ। ਉਸ ਤੋਂ ਬਾਅਦ ਉਹਨੇ ਕਿਲ੍ਹਿਆਂ ਦੀ ਉਸਾਰੀ ਕਰਵਾਈ ਸੀ। ਮੰਗੋਲਾਂ ਦੇ ਹਮਲਿਆਂ ਤੋਂ ਸਾਮਰਾਜ ਦੀ ਰੱਖਿਆ ਕਰਨ ਦੇ ਲਈ ਉੱਤਰ ਪੱਛਮ ਦੇ ਸਰਹੱਦੀ ਪ੍ਰਦੇਸ਼ਾਂ ਵਿੱਚ ਕਈ ਕਿਲ੍ਹਿਆਂ ਦੀ ਵੀ ਉਸਾਰੀ ਕੀਤੀ ਸੀ ਤੇ ਪੁਰਾਣੇ ਕਿਲ੍ਹਿਆਂ ਦੀ ਮੁਰੰਮਤ ਸੀ ਜਿਹੜੀ ਉਹ ਵੀ ਕਰਵਾਈ ਸੀ। ਤੇ ਸੈਨਾ ਵਿੱਚ ਵੀ ਉਹਨੇ ਕਈ ਜਸੂਸ ਛੱਡੇ ਹੋਏ ਸੀ ਤਾਂ ਕਿ ਜਿਹੜੇ ਉਹਨੂੰ ਸੈਨਿਕ ਤੇ ਕਰਮਚਾਰੀਆਂ ਦੇ ਵਿਵਹਾਰ ਦੇ ਬਾਰੇ ਸੂਚਨਾ ਮਿਲਦੀ ਰਹੇ। ਇਹ ਸੀ ਸਾਡਾ ਅੱਜ ਦਾ ਟੌਪਿਕ, ਜਿਹਦੇ ਵਿੱਚ ਅਸੀਂ ਕਵਰ ਕੀਤੇ ਆ ਉਹਦੇ ਵਿੱਤੀ ਪ੍ਰਬੰਧ, ਸੈਨਿਕ ਪ੍ਰਬੰਧ, ਸੁਧਾਰ ਤੇ ਪੁਲਿਸ ਪ੍ਰਬੰਧ, ਜਸੂਸ ਪ੍ਰਬੰਧ। ਤਾਂ ਅਗਲੀ ਜੋ ਸਾਡੀ ਵੀਡੀਓ ਹੋਏਗੀ ਚੌਥਾ ਭਾਗ, ਉਹਦੇ ਵਿੱਚ ਅਸੀਂ ਕਵਰ ਕਰਾਂਗੇ ਅਲਾਉਦੀਨ ਖਲਜੀ ਦੇ ਖੇਤੀ ਸੰਬੰਧੀ ਸੁਧਾਰ, ਮੰਡੀ ਉੱਤੇ ਕੰਟਰੋਲ ਅਤੇ ਉਹਦੇ ਸਮਾਜਿਕ ਸੁਧਾਰ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰੋ। ਥੈਂਕ ਯੂ ਐਂਡ ਹੈਵ ਅ ਵੰਡਰਫੁਲ ਡੇ।